हाँ जी, देखो ਇਹਦੇ ਚ ਆਪਾਂ ਮੈਕੈਨਿਜ਼ਮ ਕਰ ਰਹੇ ਸੀ ਪ੍ਰੈਪਰੇਸ਼ਨ ਆਫ ਐਲਕੋਹਲਸ ਫਰੋਮ ਐਲਕੀਨਸ ਕਰ ਰਹੇ ਸੀ। ਐਲਕੀਨਸ ਦੇ ਵਿੱਚ ਐਲਕੀਨਸ ਦੇ ਵਿੱਚ ਆਪਾਂ ਦੋ ਮੈਥਡ ਕੀਤੇ ਸੀ। ਇੱਕ ਤਾਂ ਹੈਗਾ ਸੀ ਡਾਇਰੈਕਟ ਮੈਥਡ ਆਪਾਂ ਕਿੱਦਾਂ ਕਰ ਸਕਦੇ ਹਾਂ ਬਾਈ ਐਸਿਡ ਕੈਟਾਲਾਈਜ਼ਡ ਹਾਈਡਰੇਸ਼ਨ, ਠੀਕ ਹੈ, ਜਿਹਦੇ ਚ ਆਪਾਂ ਡਾਇਰੈਕਟ ਵਾਟਰ ਐਡ ਕਰਦੇ ਸੀ ਤੇ ਉਹਦਾ ਮੈਕੈਨਿਜ਼ਮ ਮੈਂ ਕੱਲ ਐਕਸਪਲੇਨ ਕੀਤਾ ਸੀ। ਉਸ ਤੋਂ ਬਾਅਦ ਆਪਾਂ हाँ जी, फिर आप उस तो बाद किया सी हाइड्रोबोरेशन ऑक्सीडेशन, ठीक है। हाइड्रोबोरेशन ऑक्सीडेशन दे विच ਆਪਾਂ ਦੋ ਤਰੀਕੇ ਨਾਲ ਤਿੰਨ ਤਰੀਕੇ ਨਾਲ ਕਰ ਸਕਦੇ ਸੀ। ਜਾਂ ਤਾਂ ਇਹਦੇ ਵਿੱਚ ਦੋ ਰਿਡਿਊਸਿੰਗ ਏਜੰਟ ਕਿਹੜੇ ਸੀ, ਲਿਥੀਅਮ ਐਲੂਮੀਨੀਅਮ ਹਾਈਡਰਾਈਡ, ਠੀਕ ਹੈ, ਤੇ ਜਾਂ ਫਿਰ ਸੋਡੀਅਮ ਬ੍ਰੋਮੀਨ ਹਾਈਡਰਾਈਡ, ਠੀਕ ਹੈ। ਇਹਨਾਂ ਦੋਨਾਂ ਨਾਲ ਆਪਾਂ ਕਰਵਾ ਸਕਦੇ ਸੀ ਰਿਐਕਸ਼ਨ, ਤੇ ਦੋਨਾਂ ਦੇ ਨਾਲ ਕੀ ਜਿਹੜੇ ਦੋਨੋਂ ਰਿਡਿਊਸਿੰਗ ਏਜੰਟ ਨੇ, ਠੀਕ ਹੈ, ਦੋਨਾਂ ਦੇ ਨਾਲ ਆਪਾਂ ਨੂੰ ਕੀ ਗੇਨ ਕਰਦੇ ਆਪਾਂ ਹਾਈਡਰਾਈਡ ਆਇਨ, ਤੇ ਉਹੀ ਹਾਈਡਰਾਈਡ ਆਇਨ ਅੱਗੇ ਕਿਵੇਂ ਅਟੈਕ ਕਰਦਾ ਸੀ, ਐਲਕੋਹਲ ਬਣਾਉਣ ਦੇ ਵਿੱਚ ਹੈਲਪ ਕਰਦਾ ਸੀ, ਠੀਕ ਹੈ। ਤੇ ਸੈਕੰਡ ਇਹਦੇ ਵਿੱਚ ਸੈਕੰਡ ਕੇਸ ਹੋਰ ਸੀ ਇਨ ਦ ਪ੍ਰੈਜ਼ੈਂਸ ਆਫ ਹਾਈਡਰੋਜਨ, ਤੇ ਉਹਦੇ ਵਿੱਚ ਜਿਹੜਾ ਕੈਟਾਲਿਸਟ ਸੀ ਉਹ ਕਿਹੜਾ ਸੀ ਆਪਣੇ ਕੋਲ, ਨਿਕਲ, ਠੀਕ ਹੈ। ਮਤਲਬ ਆਪਾਂ ਨਿਕਲ ਦੀ ਪ੍ਰੈਜ਼ੈਂਸ ਦੇ ਵਿੱਚ ਵੀ ਕਰਵਾ ਸਕਦੇ ਸੀ ਇਹਨੂੰ, ਤੇ ਇਹਦਾ ਮੈਕੈਨਿਜ਼ਮ ਰਹਿੰਦਾ ਸੀ ਆਪਣਾ, ਠੀਕ ਹੈ। ਇਹਦੇ ਚ ਕਿੱਦਾਂ ਹੁੰਦਾ ਦੇਖੋ, हाँ जी, ਇਹਦਾ ਮੈਕੈਨਿਜ਼ਮ ਸਿੰਪਲ ਹੈ। ਇਹਦੇ ਵਿੱਚ ਫ੍ਰੀ ਰੈਡੀਕਲ ਬਣਨਗੇ। ਫ੍ਰੀ ਰੈਡੀਕਲ ਮੀਨਸ ਦੇਖੋ ਨਿਕਲ ਕੋਈ ਆਪਾਂ ਨੇ ਮੈਟਲ ਲੈ ਲਿਆ, ਠੀਕ ਹੈ, ਉਹਦੇ ਸਰਫੇਸ ਤੇ ਆਪਾਂ ਨੇ ਹਾਈਡਰੋਜਨ ਗੈਸ ਪਾਸ ਕੀਤੀ ਹੈ, ਠੀਕ ਹੈ। ਇਦਾਂ ਆਪਾਂ ਇਹਨਾਂ ਨੂੰ ਕੈਟਾਲਿਸਟ ਯੂਜ਼ ਕਰਨਾ ਇਸ ਰਿਐਕਸ਼ਨ ਦੇ ਵਿੱਚ, ਤੇ ਇਨ ਦਾ ਪ੍ਰੈਜ਼ੈਂਸ ਆਫ ਲਾਈਟ ਹੋਊਗੀ ਇਹ, ਠੀਕ ਹੈ। ਲਾਈਟ ਆਪਾਂ ਪਾਵਾਂਗੇ ਨਾਲ, ਤੇ ਨਿਕਲ ਮੈਟਲ ਦੇ ਉੱਪਰ ਆਪਾਂ ਨੇ ਹਾਈਡਰੋਜਨ ਗੈਸ ਪਾਸ ਕੀਤੀ ਹੈ, ਤੇ ਉਹ ਹਾਈਡਰੋਜਨ ਗੈਸ ਹੋਊਗੀ ਜਿਹੜੀ ਇਹਦੇ ਵਿੱਚ ਕੀ ਹੋਊਗਾ, ਫ੍ਰੀ ਰੈਡੀਕਲ ਮੈਕੈਨਿਜ਼ਮ ਹੋਊਗਾ ਜਦੋਂ ਆਪਾਂ ਹਾਈਡਰੋਜਨ ਗੈਸ ਨੂੰ ਨਿਕਲ ਮੈਟਲ ਸਰਫੇਸ ਦੇ ਉੱਪਰ ਪਾਸ ਕਰਤਾ। ਉਹਦੇ ਵਿੱਚ ਜਿਹੜਾ ਹਾਈਡਰੋਜਨ ਹੋਊਗਾ, ਠੀਕ ਹੈ, ਪਹਿਲਾਂ ਇਹਦੇ ਕੀ ਬਣਨਗੇ ਆਪਣੇ ਕੋਲ ਫ੍ਰੀ ਰੈਡੀਕਲ ਬਣਨਗੇ। ਫ੍ਰੀ ਰੈਡੀਕਲ ਮੀਨਸ ਦੇਖੋ ਬੌਂਡ ਬਣਿਆ ਹੋਇਆ ਜਿਹੜਾ ਇਹਦੇ ਵਿੱਚ, ਹਾਂਜੀ, ਫ੍ਰੀ ਰੈਡੀਕਲ ਕਿੱਦਾਂ ਬਣਦਾ ਹੁੰਦਾ, ਦੇਖੋ ਹਾਈਡਰੋਜਨ ਦੇ ਵਿੱਚ ਆਪਣੇ ਕੋਲ ਏਦਾਂ ਬੌਂਡਿੰਗ ਹੋਈ ਹੋਈ ਹੈ ਨਾ, ਇਹਦੇ ਚ ਲਿਖਿਆ ਨਹੀਂ ਜਾਂਦਾ ਹੈਗਾ ਹਾਈਡਰੋਜਨ ਦੇ ਵਿੱਚ ਜਿਹੜਾ ਬੌਂਡ ਹੈ, ਠੀਕ ਹੈ, ਦੋ ਹਾਈਡਰੋਜਨ ਐਟਮ ਦੇ ਵਿੱਚ ਜਿਹੜਾ ਬੌਂਡ ਹੈ, ਹਾਈਡਰੋਜਨ ਗੈਸ ਹੈ ਜਿਹੜੀ, ਇਹਦਾ ਇੱਕ ਇਲੈਕਟ੍ਰੋਨ ਇਹ ਲੈ ਲੂਗਾ। ਫ੍ਰੀ ਰੈਡੀਕਲ ਮੈਕੈਨਿਜ਼ਮ ਇਹੀ ਹੁੰਦਾ ਨਾ, ਤੇ ਇੱਕ ਇਲੈਕਟ੍ਰੋਨ ਇਹਦੇ ਕੋਲ, ਠੀਕ ਹੈ। ਯਾਰ ਕੰਪਿਊਟਰ ਤੋਂ ਕਾਨੂੰ ਸਕਰੀਨਸ਼ਾਟ ਸ਼ੇਅਰ ਕਰਿਆ, ਫੋਨ ਤੇ ਕਰ ਲਓ, ਫੋਨ ਤੇ ਟੱਚ ਨਾਲ ਜਿਵੇਂ ਮਰਜ਼ੀ ਲਿਖੀ ਜਾਇਓ। ਬੱਚੇ ਇੱਥੇ ਰਿਕਾਰਡਿੰਗ ਹੁੰਦੀ ਆ, ਇਸ ਕਰਕੇ ਸਾਨੂੰ ਪੀਸੀ ਤੇ ਹੀ ਕਲਾਸ ਲਾਉਣੀ ਪੈਂਦੀ ਆ। ਇਹਨਾਂ ਦਾ ਅੱਡ ਪੰਗਾ ਇਸ ਗੱਲ 'ਚ। ਹਾਂਜੀ, ਦੇਖੋ ਇਹਦੇ ਚ ਜਦੋਂ ਹਾਈਡਰੋਜਨ ਗੈਸ ਦੇ ਵਿੱਚ ਪਹਿਲਾਂ ਫ੍ਰੀ ਰੈਡੀਕਲ ਮੈਕੈਨਿਜ਼ਮ ਹੋਊਗਾ, ਮਤਲਬ ਇੱਕ ਇੱਕ ਇਲੈਕਟ੍ਰੋਨ ਹੈ, ਠੀਕ ਹੈ, ਉਹ ਹਾਈਡਰੋਜਨ ਕੋਲ ਜਾਊਗਾ, ਤੇ ਉਸ ਤੋਂ ਬਾਅਦ ਜਿਹੜਾ ਆਪਾਂ ਨੇ ਕੋਈ ਵੀ ਆਪਾਂ ਨੇ ਜਿਹੜਾ ਕੰਪਾਊਂਡ ਲਿਆ, ਠੀਕ ਹੈ, ਉਹਦੇ ਤੋਂ ਆਪਾਂ ਨੇ ਐਲਕੋਹਲ ਬਣਾਉਣੀ ਆ, ਠੀਕ ਹੈ। ਇੱਥੇ ਐਲਡੀਹਾਈਡ ਲਿਆ ਆਪਾਂ ਨੇ। ਹੁਣ ਦੇਖੋ ਜਿਹੜਾ ਫ੍ਰੀ ਰੈਡੀਕਲ ਦੇ ਅਕੋਰਡਿੰਗ ਇਹਨਾਂ ਕੋਲ ਇੱਕ ਇੱਕ ਇਲੈਕਟ੍ਰੋਨ ਆ ਗਿਆ ਹਾਈਡਰੋਜਨ ਕੋਲ, ਠੀਕ ਹੈ। ਤੇ ਹੁਣ ਦੇਖੋ ਇੱਥੇ ਜਿਹੜਾ ਆਕਸੀਜਨ ਹੈ ਉਹ ਮੋਸਟ ਇਲੈਕਟ੍ਰੋਨੈਗੇਟਿਵ ਐਲੀਮੈਂਟ ਹੈ, ਤੇ ਇਹ ਕਾਰਬਨ ਨਾਲ ਕਿਦਾਂ ਡਬਲ ਬੌਂਡਡ ਅਟੈਚ ਹੈ, ਠੀਕ ਹੈ। ਹੁਣ ਦੇਖੋ ਮੋਸਟ ਇਲੈਕਟ੍ਰੋਨੈਗੇਟਿਵ ਐਲੀਮੈਂਟ ਹੋਣ ਦੇ ਕਾਰਨ ਜਿਹੜਾ ਆਕਸੀਜਨ ਹੋਊਗਾ ਇਹ ਪਾਈ ਇਲੈਕਟ੍ਰੋਨ ਆਪਣੇ ਵੱਲ ਅਟਰੈਕਟ ਕਰੂਗਾ, ਠੀਕ ਹੈ। ਮਤਲਬ ਇੱਕ ਇੱਥੇ ਵੀ ਕੀ ਹੋਊਗਾ, ਇੱਕ ਇਲੈਕਟ੍ਰੋਨ ਕਾਰਬਨ ਵੱਲ ਚਲਾ ਜਾਊਗਾ ਇਹ ਬੌਂਡ ਦਾ, ਤੇ ਇੱਕ ਇਲੈਕਟ੍ਰੋਨ ਆਕਸੀਜਨ ਤੇ ਸ਼ਿਫਟ ਹੋ ਜਾਊਗਾ, ਠੀਕ ਹੈ। ਇੱਥੇ ਵੀ ਫ੍ਰੀ ਰੈਡੀਕਲ ਬਣ ਗਏ। ਉਸ ਤੋਂ ਬਾਅਦ ਜਿਹੜਾ ਹੁਣ ਦੇਖੋ ਇੱਧਰ ਆਪਣੇ ਕੋਲ ਹਾਈਡਰੋਜਨ ਦੇ ਵਿੱਚ ਦੋ ਫ੍ਰੀ ਰੈਡੀਕਲ ਬਣੇ ਸੀ, ਇਹੀ ਜਿਹੜੇ ਇੱਥੇ ਇੱਕ ਫ੍ਰੀ ਰੈਡੀਕਲ ਪਿਆ, ਇੱਕ ਇਲੈਕਟ੍ਰੋਨ ਇੱਥੇ ਪਿਆ ਆਪਣੇ ਕੋਲ, ਤੇ ਇੱਕ ਇਲੈਕਟ੍ਰੋਨ ਇੱਥੇ ਪਿਆ, ਠੀਕ ਹੈ। ਇੱਧਰ ਇੱਕ ਹਾਈਡਰੋਜਨ ਤੇ ਪਿਆ ਤੇ ਇੱਕ ਆ ਵਾਲੇ ਹਾਈਡਰੋਜਨ ਤੇ ਪਿਆ। ਬਸ ਹੁਣ ਇਹੀ ਅਟੈਚ ਹੋਣਗੇ, ਇਹ ਆਕਸੀਜਨ ਇਹਨੂੰ ਲੈ ਲੂਗਾ ਤੇ ਇਹ ਇਹਨੂੰ ਲੈ ਲੂਗਾ, ਤੇ ਇਦਾਂ ਹੀ ਅਟੈਚ ਹੋ ਜਾਣਗੇ। ਇੱਥੇ OH ਹੋ ਗਿਆ ਤੇ ਇਧਰ ਨਾਲ ਇੱਕ ਹਾਈਡਰੋਜਨ ਅਟੈਚ ਹੋ ਗਿਆ, ਠੀਕ ਹੈ। ਇਹ ਕਿਹਦੀ ਪ੍ਰੈਜ਼ੈਂਸ ਹੋਇਆ, ਹਾਈਡਰੋਜਨ, ਤੇ ਨਿਕਲ ਇਹਦੇ ਵਿੱਚ ਆਪਾਂ ਨੇ ਕੈਟਾਲਿਸਟ ਲਿਆ, ਮਤਲਬ ਨਿਕਲ ਦੇ ਸਰਫੇਸ ਦੇ ਉੱਪਰ ਆਪਾਂ ਨੇ ਹਾਈਡਰੋਜਨ ਗੈਸ ਪਾਸ ਕੀਤੀ ਹੈ,
ਤੇ ਉੱਥੇ ਆਪਾਂ ਨੇ ਇੱਕ ਐਲਡੀਹਾਈਡ ਰੱਖਤਾ ਕੋਈ ਵੀ ਕੰਪਾਊਂਡ ਤੇ ਇੱਥੇ ਉਹਦਾ ਰਿਐਕਸ਼ਨ ਹੁੰਦੀ ਹੈ। ਇਹਨੂੰ ਆਪਾਂ ਕਹਿੰਦੇ ਆ ਫ੍ਰੀ ਰੈਡੀਕਲ ਮੈਕੈਨਿਜ਼ਮ। ਠੀਕ ਹੈ, ਉਸ ਤੋਂ ਬਾਅਦ ਅੱਜ ਆਪਾਂ ਕਰਾਂਗੇ ਸ਼ੁਰੂ, ਇਹ ਆਪਣਾ ਕੱਲ ਵਾਲਾ ਸੀ, ਇਹ ਹਾਈਡਰੋਬੋਰੇਸ਼ਨ ਐਲਕੀਨਸ ਤੋਂ ਕਰਦੇ ਸੀ। ਉਸ ਤੋਂ ਬਾਅਦ ਆਪਾਂ ਕਰਾਂਗੇ ਅੱਜ ਫਰੋਮ ਕਾਰਬੋਕਸਿਲਿਕ ਐਸਿਡਸ ਐਂਡ देयर ਡੈਰੀਵੇਟਿਵਸ। ठीक है, कार्बोक्सिलिक एसिड्स एंड देयर डेरिवेटिव्स। हाँ जी, कल अपने कार्बोनिल कंपाउंड शुरू किए सी। कार्बोनिल कंपाउंड दे विच आपां ने रिडक्शन की सी पहला एल्डिहाइड एंड कीटोन दी, जिहड़ी मैं पिछे करवा के हटी हां। ये एल्डिहाइड एंड कीटोन दी रिडक्शन हुई सी। रिडक्शन कदों हुंदी आ? जदों एडिशन ऑफ हाइड्रोजन होवे। ठीक है, उही हुंदे ने रिडक्शन। हुण देखो पहला जदों आपां लिथियम एल्यूमीनियम हाइड्राइड नाल करवा रहे सी, उदों भी हाइड्रोजन दी एडिशन हो रही सी। उस तो बाद चाहे आप हाइड्रोजन की प्रेजेंस च करवा रहे सी, तां इत्थे भी की हो रहा सी, एडिशन ऑफ हाइड्रोजन ही हो रही सी। ठीक है, तो ये रिडक्शन हो रही सी कार्बोनिल कंपाउंड की कर रहे हैं आपां। पहला आपने की सी एल्डिहाइड एंड कीटोन की। ठीक है, हाँ जी, अज आप करांगे कार्बोनिल कंपाउंड्स ही करांगे, बट हुण रिडक्शन ऑफ कार्बोक्सिलिक एसिड की करांगे। ठीक है, सब तो पहला देखो तुहानूं आ दो गल्लां याद रखनियां ने, दो पॉइंट्स याद रखने ने। जिहड़ा 3 डिग्री आपां ने देखो इत्थे की बनाया सी एल्डिहाइड एंड कीटोन तो आपां ने 1 डिग्री अल्कोहल बनाया। ठीक है, 1 डिग्री अल्कोहल बनाया जां फिर 2 डिग्री। ठीक है, या तो आपने 1 डिग्री अल्कोहल बनाया जां 2 डिग्री, बट आप इत्थों 3 डिग्री नहीं बना सकते हैगे। फर्स्ट पॉइंट तुसी याद रखना, 3 डिग्री अल्कोहल कैन नॉट बी प्रिपेयर्ड बाय रिडक्शन ऑफ एल्डिहाइड एंड कीटोन। ठीक है, जिहड़ा एस्टैल्डिहाइड होगा, एस्टैल्डिहाइड मीनस जिहदे विच, हाँ जी, एस्टैल्डिहाइड किहड़ा हुंदा जिहदे विच 2 नंबर ऑफ कार्बन एटम्स हुंदे ने। ठीक है, एल्डिहाइड ग्रुप दे विच जदों आपां ओहदी रिडक्शन करांगे वो आपां नूं 1 डिग्री अल्कोहल दिंदा है। ठीक है, ते जिहड़ा आपां कीटोन, जदों आपां कीटोन दी रिडक्शन करवाउने आ, वो हमेशा आपां नूं 2 डिग्री अल्कोहल देऊगा। मतलब आपां नूं इत्थों 3 डिग्री अल्कोहल आपां नहीं प्रिपेयर कर सकदे हैगे। ठीक है, हाँ जी, ते सैकेंड पॉइंट तुसीं जिहड़ा याद रखना, जिहड़ा आपां ने NaBHO4 नाल रिडक्शन करवाई सी, ओहदा रिड्यूसिंग नेचर घट हुंदा एज कंपेयर टू लिथियम एल्यूमीनियम हाइड्राइड। ठीक है, मतलब जिहड़ा इहदे तो आपां नूं हाइड्राइड आयन मिलणगे वो ज्यादा रिएक्टिव होऊगा, क्योंकि जिहड़ा लिथियम एल्यूमीनियम हाइड्राइड है ये ज्यादा, इहदा रिड्यूसिंग नेचर ज्यादा हुंदा है। एक्ट एज अ स्ट्रॉन्ग रिड्यूसिंग एजेंट काम करदा है। ठीक है, ते जल्दी की कर दिंदा है किसी भी एल्डिहाइड नूं जां कीटोन नूं जल्दी रिड्यूस कर दिंदा है। ठीक है, हाँ जी, ते जिहड़ा NaBHO ज्यादातर आपां जिन्ने भी आपां एल्कोहल्स बनाने आ कार्बोनिल कंपाउंड्स तो वो आप लिथियम एल्यूमीनियम हाइड्राइड यूज करके ही बनाने आ। ठीक है, बट जो लिथियम एल्यूमीनियम हाइड्राइड है बहुत ज्यादा एक्सपेंसिव होंगे, बहुत ज्यादा एक्सपेंसिव होंगे। ते ठीक है, ते जिहड़ा NaBH4 है, ये एसिड्स या फिर डेरिवेटिव्स नूं नहीं रिड्यूस कर सकता है, क्योंकि ज्यादा स्ट्रॉन्ग रिड्यूसिंग एजेंट नहीं हुंदा। जदों भी आपां कार्बोक्सिलिक एसिड्स या फिर डेरिवेटिव्स किहड़े हुंदे ने वो मैं तुहानूं दसदी हां अगे। ठीक है, उत्थे आपां लिथियम एल्यूमीनियम हाइड्राइड ही यूज कर सकते हैं, उत्थे NaBHO4 नहीं यूज कर सकते हैगे। रिडक्शन वास्ते आपां नूं हाइड्राइड आयन की जरूरत है। हाइड्राइड आयन कित्थों मिलूगा? किसी रिड्यूसिंग एजेंट तो। दो रिड्यूसिंग एजेंट अपने कोल हैगे आ, NaBHO4 ते LiAlH4 लिथियम एल्यूमीनियम हाइड्राइड। ਇਹਦੇ ਵਿੱਚੋਂ लिथियम एल्यूमीनियम हाइड्राइड ज्यादा स्ट्रॉन्ग है, बट ये एक्सपेंसिव भी आ। ठीक है, ਤੇ ਹੁਣ देखो अज आप करांगे कार्बोक्सिलिक एसिड्स एंड इट्स डेरिवेटिव्स, उन्होंने रिडक्शन करके। ठीक है, आप एल्कोहल्स किद्दां बना सकते हैं। सब तो पहला तुहानूं कार्बोक्सिलिक एसिड्स पता होना चाहिए, उसका फॉर्मूला की हुंदा। कार्बोक्सिलिक एसिड्स का फॉर्मूला हुंदा, उहदे विच फंक्शनल ग्रुप किहड़ा हुंदा? C डबल बॉन्ड OH। ठीक है, मतलब एक जिहड़ा कार्बन होगा वो डबल बॉन्ड होगा विद ऑक्सीजन एटम, ते जिहड़ा दूजा ग्रुप होगा उहदे विच OH लग्या होगा। फंक्शनल ग्रुप यही हुंदा ना कार्बोक्सिलिक एसिड दा, COOH। ठीक है, ते देखो ਇਹਦੇ ਡੈਰੀਵੇਟਿਵਸ ਕਿਹੜੇ ਹੋਣਗੇ? 3 ਡੈਰੀਵੇਟਿਵਸ ਹੁੰਦੇ ਨੇ ਕਾਰਬੋਕਸਿਲਿਕ ਐਸਿਡ ਦੇ। ਡੈਰੀਵੇਟਿਵ ਮੀਨਸ ਜਦੋਂ ਆਪਾਂ ਉਹਦੇ ਵਿੱਚੋਂ OH ਗਰੁੱਪ ਦੀ ਜਗ੍ਹਾ, ਕਾਰਬੋਕਸਿਲਿਕ ਐਸਿਡ ਦਾ ਜਿਹੜਾ OH ਗਰੁੱਪ ਹੈ ਉਹਦੀ ਜਗ੍ਹਾ ਆਪਾਂ ਕੁਝ ਹੋਰ ਲਗਾ ਦਈਏ। ਠੀਕ ਹੈ, ਕੋਈ ਹੋਰ ਕੰਪਾਊਂਡ ਲਗਾ ਦਈਏ। ਜਿੱਦਾਂ ਇੱਕ ਡੈਰੀਵੇਟਿਵ ਹੁੰਦਾ ਇਹਦਾ ਆਇਲ ਕਲੋਰਾਈਡ। ਠੀਕ ਹੈ, ਆਇਲ ਕਲੋਰਾਈਡ ਕਿੱਦਾਂ ਬਣਿਆ? ਮੰਨ ਲਓ ਜੇ ਮੇਰੇ ਕੋਲ ਇੱਥੇ CH3 ਹੋਵੇ R ਦੀ ਜਗ੍ਹਾ, ਤਾਂ ਮੇਰੇ ਕੋਲ ਇਹ ਦੇਖੋ ਜੇ ਮੈਂ ਇੱਥੇ OH ਲੱਗਿਆ ਹੋਵੇ, ਇਹ ਕਾਰਬੋਕਸਿਲਿਕ ਐਸਿਡ ਹੈ। ਕਿਹੜਾ ਕਾਰਬੋਕਸਿਲਿਕ ਐਸਿਡ ਹੈ? ਇਹ इथेनोइक एसिड है। ठीक है, इथेनोइक एसिड है क्योंकि 2 नंबर ऑफ कार्बन एटम्स ने, इथेनोइक एसिड है। बट हुण मैं गल कर रही हां डेरिवेटिव की। डेरिवेटिव किद्दां बनिया? इत्थे यह की बन गया? मान लो इत्थे मेरे को
H3 ਪਹਿਲਾਂ ਕੀ ਸੀ ਇਹ ਇਥेनोइक ਐਸਿਡ, ਬਟ ਜਦੋਂ ਮੈਂ OH ਰਿਮੂਵ ਕਰਕੇ ਇੱਥੇ ਕਲੋਰੀਨ ਨੂੰ ਰਿਪਲੇਸ ਕਰਤਾ ਤਾਂ ਇਹ ਬਣ ਗਿਆ ਮੇਰੇ ਕੋਲ ਇਥेनोइल क्लोराइड। ਹੁਣ ਇਹ ਇਥेनोइक ਐਸਿਡ ਦਾ ऑयल क्लोराइड ਬਣ ਗਿਆ। ठीक है, ਹੁਣ ऑयल क्लोराइड ਜਰਨਲ ਨੇਮ ਹੈ, ਆਰ ਗਰੁੱਪ ਕੋਈ ਵੀ ਹੋ ਸਕਦਾ ਹੈ। ठीक है, ਆਰ ਗਰੁੱਪ ਡਿਪੈਂਡ ਕਰਦਾ ਕਿੰਨੇ ਨੰਬਰ ਆਫ ਕਾਰਬਨ ਐਟਮਸ ਨੇ ਆਪਣੇ ਕੋਲ, ਤੇ ਉਹਦੇ ਅਕੋਰਡਿੰਗ ਇੱਥੇ ਅੱਗੇ ਨੇਮ ਲੱਗ ਜਾਂਦਾ ਹੈ। ਜਨਰਲ ਨੇਮ ਇਹਦਾ ਹੈਗਾ ऑयल क्लोराइड। ठीक है, फर्स्ट डेरिवेटिव है कार्बोक्सिलिक एसिड ਦਾ। ਸੈਕੰਡ ਡੈਰੀਵੇਟਿਵ ਕਿਹੜਾ ਹੁੰਦਾ ਹੈ? ਅਮਾਈਡ। ਅਮਾਈਡ ਕਦੋਂ ਹੁੰਦਾ? ਜਦੋਂ OH ਗਰੁੱਪ ਕਿਹਦੇ ਨਾਲ ਰਿਪਲੇਸ ਹੋ ਜੇ? NH2 ਨਾਲ। ਠੀਕ ਹੈ, ਤੇ ਜਿਹੜਾ ਥਰਡ ਆਪਣਾ ਡੈਰੀਵੇਟਿਵ ਹੈ ਉਹ ਹੁੰਦਾ ਐਸਟਰ। ਐਸਟਰ ਕਦੋਂ ਬਣਦੇ ਹੁੰਦੇ ਆ? ਜਦੋਂ ਆਪਾਂ OH ਨੂੰ ਰਿਮੂਵ ਕਰਕੇ ਕਾਰਬੋਕਸਿਲਿਕ ਐਸਿਡ ਦੇ ਵਿੱਚ ਆਪਣੇ ਕੋਲ ਇਧਰ OR ਕੋਈ ਵੀ ਐਲੀਫੈਟਿਕ ਗਰੁੱਪ ਨਾਲ ਲੱਗ ਜੇ, R' ਮਤਲਬ ਇਹ ਵਾਲੇ ਗਰੁੱਪ ਤੋਂ ਡਿਫਰੈਂਟ ਹੋਊਗਾ, ਕੋਈ ਹੋਰ ਗਰੁੱਪ ਹੋਊਗਾ। ਠੀਕ ਹੈ, ਮਿਥਾਈਲ ਵੀ ਹੋ ਸਕਦਾ, ਇਥਾਈਲ ਕੁਝ ਵੀ ਹੋ ਸਕਦਾ। ਠੀਕ ਹੈ, ਤੇ ਇਹ ਹੁੰਦੇ ਨੇ ਇਹਨਾਂ ਦੇ ਡੈਰੀਵੇਟਿਵਸ। ਤਿੰਨ ਡੈਰੀਵੇਟਿਵਸ ਹੁੰਦੇ ਨੇ ਕਾਰਬੋਕਸਿਲਿਕ ਐਸਿਡਸ ਦੇ। ਤੇ ਹੁਣ ਆਪਾਂ ਇਹਨਾਂ ਨੂੰ ਹੀ ਰਿਡਿਊਸ ਕਰਕੇ ਐਲਕੋਹਲਸ ਬਣਾਉਣੀਆਂ ਨੇ। ਠੀਕ ਹੈ, ਹਾਂਜੀ, ਜਿੰਨੇ ਵੀ ਕਾਰਬੋਕਸਿਲਿਕ ਐਸਿਡ ਜਾਂ ਉਹਨਾਂ ਦੇ ਡੈਰੀਵੇਟਿਵਸ ਨੇ ਉਹ ਆਪਾਂ ਲਿਥੀਅਮ ਐਲੂਮੀਨੀਅਮ ਹਾਈਡਰਾਈਡ ਦੀ ਪ੍ਰੈਜ਼ੈਂਸ ਦੇ ਵਿੱਚ ਕੀ ਕਰਦੇ ਆ? ਰਿਡਿਊਸ ਕਰਦੇ ਆ। ਠੀਕ ਹੈ, मतलब आप ਜਿਹੜਾ ਲਿਥੀਅਮ ਐਲੂਮੀਨੀਅਮ ਹਾਈਡਰਾਈਡ ਹੈ ਵੈਸੇ ਉਹ ਐਕਸਪੈਂਸਿਵ ਕੈਮੀਕਲ ਹੈ, ਐਕਸਪੈਂਸਿਵ ਰੀਏਜੈਂਟ ਹੈ, ਇਸ ਕਰਕੇ ਆਪਾਂ ਸਪੈਸ਼ਲ ਕੈਮੀਕਲਸ ਬਣਾਉਣ ਤੇ ਹੀ ਉਹਨਾਂ ਨੂੰ ਆਪਾਂ ਯੂਜ਼ ਕਰਦੇ ਹਾਂ। ਠੀਕ ਹੈ, ਹਾਂਜੀ, ਸਭ ਤੋਂ ਪਹਿਲਾਂ ਦੇਖੋ ਆਪਾਂ ਕਾਰਬੋਕਸਿਲਿਕ ਐਸਿਡਸ ਨੂੰ ਜਦੋਂ ਆਪਾਂ ਨੇ ਪ੍ਰਾਇਮਰੀ ਅਲਕੋਹਲਸ ਬਣਾਉਣਾ ਤਾਂ ਆਪਾਂ ਕਾਰਬੋਕਸਿਲਿਕ ਐਸਿਡਸ ਨੂੰ ਰਿਡਿਊਸ ਕਰ ਦਿੰਦੇ ਹਾਂ ਵਿਦ ਦਾ ਹੈਲਪ ਆਫ ਲਿਥੀਅਮ ਐਲੂਮੀਨੀਅਮ ਹਾਈਡਰਾਈਡ। ਦੇਖੋ ਆਪਾਂ ਪਹਿਲਾਂ ਇੱਥੇ ਡੈਰੀਵੇਟਿਵ ਲੈ ਰਹੇ ਹਾਂ ਇਹਦਾ। ਠੀਕ ਹੈ, ऑयल क्लोराइड ਲੈ ਲਿਆ, ਕੋਈ ਵੀ ਕਾਰਬੋਕਸਿਲਿਕ ਐਸਿਡ ਦਾ ਡੈਰੀਵੇਟਿਵ ਹੈ ਇਹ। ਇਹਦੇ ਵਿੱਚ ਕੀ ਹੋਊਗਾ? ਹੁਣ ਦੇਖੋ ਲਿਥੀਅਮ ਐਲੂਮੀਨੀਅਮ ਹਾਈਡਰਾਈਡ ਆਪਾਂ ਨੇ ਰਿਡਿਊਸਿੰਗ ਏਜੰਟ ਪਾਇਆ। ਆਪਾਂ ਨੂੰ ਪਤਾ ਲਿਥੀਅਮ ਐਲੂਮੀਨੀਅਮ ਹਾਈਡਰਾਈਡ ਆਪਾਂ ਨੂੰ ਕੀ ਪ੍ਰੋਵਾਈਡ ਕਰੂਗਾ? ਹਾਈਡਰਾਈਡ ਆਇਨ, ਮਤਲਬ ਇਹਦੇ ਵਿੱਚੋਂ ਹੀ ਆਇਆ। ਤੇ ਹੁਣ ਦੇਖੋ ਇੱਥੇ ਆਕਸੀਜਨ ਜਿਹੜਾ ਐਟਮ ਹੈ ਇਹ ਮੋਸਟ ਇਲੈਕਟ੍ਰੋਨੈਗੇਟਿਵ ਐਲੀਮੈਂਟ ਹੈ। ਠੀਕ ਹੈ, ਤੇ ਇਹ ਕੀ ਕਰੂਗਾ? ਇਹ ਪਾਈ ਇਲੈਕਟ੍ਰੋਨ ਜਿਹੜੇ ਡਬਲ ਬੌਂਡ ਹੈ ਇਹ ਆਪਣੇ ਵੱਲ ਅਟਰੈਕਟ ਕਰਨ ਦੀ ਕੋਸ਼ਿਸ਼ ਕਰੂਗਾ, ਤੇ ਇਧਰੋਂ ਕਾਰਬਨ ਤੇ ਕੀ ਆ ਜਾਊਗਾ? ਪਾਰਸ਼ੀਅਲ ਪੋਜ਼ਿਟਿਵ, ਤੇ ਆਕਸੀਜਨ ਤੇ ਕੀ ਆ ਗਿਆ? ਪਾਰਸ਼ੀਅਲ ਨੈਗੇਟਿਵ। ਠੀਕ ਹੈ, ਕਿਉਂਕਿ ਇਹ ਅਟਰੈਕਟ ਕਰ ਰਿਹਾ। ਠੀਕ ਹੈ, ਹੁਣ ਦੇਖੋ ਜਿਹੜਾ ਇਹ ਇਧਰੋਂ ਹਾਈਡਰਾਈਡ ਆਇਨ ਨਿਕਲਿਆ ਇਹ ਕੀ ਕਰੂਗਾ? ਇਸ ਜਿਹੜਾ ਪਾਰਸ਼ੀਅਲ ਪੋਜ਼ਿਟਿਵ ਕਾਰਬਨ ਐਟਮ ਹੈ ਇਹਦੇ ਤੇ ਅਟੈਕ ਕਰੂਗਾ, ਤੇ ਜਦੋਂ ਇਹਨੇ ਇਹਦੇ ਤੇ ਅਟੈਕ ਕਰਤਾ ਤੇ ਇਹ ਜਿਹੜਾ ਪਾਈ ਇਲੈਕਟ੍ਰੋਨ ਹੈ ਇਹ ਕਿੱਥੇ ਸ਼ਿਫਟ ਹੋ ਗਿਆ? ਆਕਸੀਜਨ ਤੇ ਜਾ ਕੇ ਚਲਾ ਗਿਆ। ਠੀਕ ਹੈ, ਤੇ ਇੱਥੇ ਹੁਣ ਜਦੋਂ ਇਹ ਪਾਈ ਇਲੈਕਟ੍ਰੋਨ ਇਹਦੇ ਤੇ ਚਲੇ ਗਏ ਤਾਂ ਇਹਦੇ ਤੇ ਕਿੰਨਾ ਆ ਗਿਆ? ਫੁੱਲ ਨੈਗੇਟਿਵ ਚਾਰਜ ਆ ਗਿਆ ਆਕਸੀਜਨ ਤੇ। ਠੀਕ ਹੈ, ਉਸ ਤੋਂ ਬਾਅਦ ਦੇਖੋ ਇੱਕ ਜਿਹੜਾ ਆਹ ਵਾਲਾ ਹਾਈਡਰੋਜਨ ਸੀ ਕਾਰਬਨ ਨਾਲ ਅਟੈਚ ਹੋ ਗਿਆ ਆਪਣੇ ਕੋਲ। ਉਸ ਤੋਂ ਬਾਅਦ ਦੇਖੋ ਇੱਥੇ ਕੀ ਹੋਊਗਾ? ਇੱਥੇ ਦੁਬਾਰਾ ਬੈਕ ਬੌਂਡਿੰਗ ਹੋਊਗੀ। ਜਿਹੜਾ ਆਕਸੀਜਨ ਦੇ ਉੱਪਰ ਨੈਗੇਟਿਵ ਚਾਰਜ ਸੀ ਇੱਥੇ ਬੈਕ ਬੌਂਡਿੰਗ ਹੋਊ। ਬੈਕ ਬੌਂਡਿੰਗ ਕਿਉਂ ਹੋਊਗੀ? ਇਹਦਾ ਵੀ ਰੀਜ਼ਨ ਹੈ, ਕਿਉਂਕਿ ਜਿਹੜਾ ਆਪਣਾ ਕਲੋਰੀਨ ਐਟਮ ਲੱਗਿਆ ਹੋਇਆ ਇਹ ਬੈਸਟ ਲਿਵਿੰਗ ਗਰੁੱਪ ਮੰਨਿਆ ਜਾਂਦਾ ਹੈ। ਲਿਵਿੰਗ ਗਰੁੱਪ ਮੀਨਸ ਇਹ ਆਪਣੇ ਇਲੈਕਟ੍ਰੋਨ, ਇਹਨੂੰ ਇਲੈਕਟ੍ਰੋਨ ਚਾਹੀਦੇ ਨੇ ਕਲੋਰੀਨ ਨੂੰ। ਠੀਕ ਹੈ, ਇਹ ਸਟੇਬਲ ਨਹੀਂ ਹੈਗਾ ਤਾਂ ਇਹਨੂੰ ਇਲੈਕਟ੍ਰੋਨ ਚਾਹੀਦੇ ਨੇ। ਇਹ ਕੀ ਕਰੂਗਾ? ਇਹ ਬੌਂਡ ਇਹ ਵਾਲੇ ਇਲੈਕਟ੍ਰੋਨ ਨੂੰ ਲੈ ਕੇ ਇਹ ਨਿਕਲਣ ਦੀ ਕੋਸ਼ਿਸ਼ ਕਰੂਗਾ, ਇੱਥੋਂ ਲੀਵ ਕਰਨ ਦੀ ਕੋਸ਼ਿਸ਼ ਕਰੂਗਾ ਇਸ ਗਰੁੱਪ ਨੂੰ। ਠੀਕ ਹੈ, ਹੁਣ ਲੀਵ ਕਦੋਂ ਕਰੂਗਾ? ਜੇ ਇੱਥੇ ਵੀ ਤਾਂ ਆਪਾਂ ਨੂੰ ਪੂਰੀ ਵੈਲੈਂਸੀ ਚਾਹੀਦੀ ਹੈ ਨਾ ਕਾਰਬਨ ਦੀ। ਠੀਕ ਹੈ, ਕਾਰਬਨ ਦੀ ਵੀ ਆਪਾਂ ਨੂੰ 4 ਵੈਲੈਂਸੀ ਚਾਹੀਦੀਆਂ ਨੇ। ਕਾਰਬਨ ਦੀ 4 ਵੈਲੈਂਸੀ ਕਿੱਦਾਂ ਹੋ? ਜੇ ਇਹ ਜਿਹੜਾ ਆਹ ਵਾਲਾ ਆਕਸੀਜਨ ਦੇ ਉੱਪਰ ਨੈਗੇਟਿਵ ਚਾਰਜ ਹੈ ਇਹ ਦੁਬਾਰਾ ਇੱਥੇ ਡਬਲ ਬੌਂਡ ਬਣਾ ਲੇ ਤਾਂ ਹੀ ਇੱਥੇ ਬੈਕ ਬੌਂਡਿੰਗ ਹੁੰਦੀ ਹੈ, ਕਿਉਂਕਿ ਜਿਹੜਾ ਇੱਥੇ ਕਲੋਰੀਨ ਹੈ ਉਹ ਬੈਸਟ ਲਿਵਿੰਗ ਗਰੁੱਪ ਹੈ, ਉਹਦੇ ਕਰਕੇ ਇੱਥੇ ਜਿਹੜਾ ਆਕਸੀਜਨ ਦੇ ਉੱਪਰ ਨੈਗੇਟਿਵ ਚਾਰਜ ਆ ਉਹ ਦੁਬਾਰਾ ਬੈਕ ਬੌਂਡਿੰਗ ਕਰ ਲੈਂਦਾ। ਬੈਕ ਬੌਂਡਿੰਗ ਕਰੂਗਾ ਜਦੋਂ ਇਹ ਇੱਥੇ ਬੌਂਡ ਆ ਜਾਊਗਾ ਤੇ ਕਲੋਰੀਨ ਆਪਣੇ ਆਪ ਲੀਵ ਕਰ ਜਾਊਗਾ, ਤਾਂ ਮਤਲਬ ਇੱਥੇ ਆਪਣੇ ਕੋਲ ਕਲੋਰੀਨ ਕੀ ਬਾਹਰ ਰਿਲੀਜ਼ ਹੋ ਗਿਆ ਆਪਣੇ ਕੋਲ। ਠੀਕ ਹੈ, ਹੁਣ ਦੇਖੋ ਜਦੋਂ ਕਲੋਰੀਨ ਰਿਲੀਜ਼ ਹੋ ਗਿਆ ਇੱਥੇ ਡਬਲ ਬੌਂਡ ਦੁਬਾਰਾ ਆ ਗਿਆ। ਠੀਕ ਹੈ, ਤੇ ਇੱਥੇ ਆ ਚੀਜ਼ ਬਣ ਗਈ। ਹੁਣ ਦੇਖੋ ਹੈਗਾ ਤਾਂ ਇਹ ਲਿਥੀਅਮ ਐਲੂਮੀਨੀਅਮ ਹਾਈਡਰਾਈਡ ਉਹਦੇ ਵਿੱਚ ਪਾਇਆ ਹੋਇਆ ਸੋਲੂਸ਼ਨ 'ਚ, ਦੁਬਾਰਾ ਫਿਰ ਇੱਕ ਹਾਈਡਰਾਈਡ ਆਇਨ ਹੈ ਜਿਹੜਾ ਲਿਥੀਅਮ ਐਲੂਮੀਨੀਅਮ ਹਾਈਡਰਾਈਡ ਦਾ। ਠੀਕ ਹੈ, ਉਹ ਦੁਬਾਰਾ ਇਸ ਉਹੀ ਸੇਮ ਪ੍ਰੋਸੈਸ ਫਸਟ ਸਟੈਪ ਜਿੱਦਾਂ ਫਸਟ ਸਟੈਪ ਸੀ ਸੇਮ ਉੱਦਾਂ ਹੀ ਇੱਥੇ ਦੁਬਾਰਾ ਇਲੈਕਟ੍ਰੋਨੈਗੇਟਿਵ ਐਲੀਮੈਂਟ ਆਕਸੀਜਨ ਉਹ ਦੁਬਾਰਾ ਇਹਨਾਂ ਇਲੈਕਟ੍ਰੋਨ ਨੂੰ ਆਪਣੇ ਵੱਲ ਅਟਰੈਕਟ ਕਰੂਗਾ ਤੇ ਇਹਦੇ ਤੇ ਨੈਗੇਟਿਵ ਪਾਰਸ਼ੀਅਲ ਨੈਗੇਟਿਵ ਤੇ ਇਹਦੇ ਤੇ ਪਾਰਸ਼ੀਅਲ ਪੋਜ਼ਿਟਿਵ ਆ ਜਾਊਗਾ। ਹਾਈਡਰਾਈਡ ਆਇਨ ਦੁਬਾਰਾ ਇਸ ਤੇ ਅਟੈਕ ਕਰੂਗਾ ਸੇਮ ਫਸਟ ਸਟੈਪ ਦੀ ਤਰ੍ਹਾਂ ਦੁਬਾਰਾ। ਠੀਕ ਹੈ, ਉਸ ਤੋਂ ਬਾਅਦ ਦੇਖੋ ਹੁਣ ਇੱਥੇ ਲਿਵਿੰਗ ਗਰੁੱਪ ਤਾਂ ਹੈ ਨਹੀਂ, ਕਲੋਰੀਨ ਤਾਂ ਆਪਣਾ ਨਿਕਲ ਗਿਆ ਸੀ, ਕਲੋਰੀਨ ਆਪਣਾ ਨਿਕਲ ਗਿਆ ਸੀ। ਹੁਣ ਇੱਥੇ ਬੈਕ ਬੌਂਡਿੰਗ ਨਹੀਂ ਹੋਊਗੀ, ਹੁਣ ਇੱਥੇ ਬੈਕ ਬੌਂਡਿੰਗ ਨਹੀਂ ਹੋਊਗੀ। ਹੁਣ ਇੱਥੇ ਕੀ ਹੋਊਗਾ? ਆਪਾਂ ਇਹਦੇ ਵਿੱਚ ਵਾਟਰ ਐਡ ਕਰਾਂਗੇ। ਠੀਕ ਹੈ, ਵਾਟਰ ਐਡ ਕਰਾਂਗੇ। ਹੁਣ ਇੱਥੇ ਆਕਸੀਜਨ ਦੇ ਉੱਪਰ ਨੈਗੇਟਿਵ ਚਾਰਜ ਹੈ, ਨੈਗੇਟਿਵ ਚਾਰਜ ਨਾਲ ਕਿਹੜਾ ਅਟੈਚ ਹੋਊਗਾ? ਆਪਣਾ H ਪੋਜ਼ਿਟਿਵ ਆਇਨ। ਠੀਕ ਹੈ, ਤੇ H ਪੋਜ਼ਿਟਿਵ ਆਇਨ ਜਦੋਂ ਅਟੈਚ ਹੋ ਗਿਆ ਤਾਂ ਆਪਣੇ ਕੋਲ ਇੱਥੇ ਕੀ ਬਣ ਗਿਆ? ਐਲਕੋਹਲ।
ठीक है। अपने को इत्थे किहदी फॉर्मेशन होगी, इथेनॉल की। तो इदां आपां कार्बोक्सिलिक एसिड या फिर उहदे डेरिवेटिव्स ਦੀ रिडक्शन करवाने इन द प्रेजेंस ऑफ लिथियम एल्यूमीनियम हाइड्राइड। ये मैकेनिज्म है, ये वैसे थोड़ी बुक च गिवन नहीं हैगा, उत्थे डायरैक्ट रिएक्शन दी हुई है तुहानूं, ठीक है। कार्बोक्सिलिक एसिड तो डायरैक्ट उन्होंने बस लिथियम एल्यूमीनियम हाइड्राइड पा के ते उत्थे तुहानूं रिएक्शन दिखाती, उत्थे रिएक्शन ये वाली दी हुई है, मैं तुहानूं भी दस दिंदी हां। हाँ जी, उत्थे रिएक्शन दी हुई है RCOOH, एरो पा लो इत्थे, ठीक है। एरो के उपर की पाया होगा, लिथियम एल्यूमीनियम हाइड्राइड होगा, ठीक है। तो इथों फॉर्मेशन होगी CH2 नीचे है OH, बस आ चीज दिखाई हुई है। बट मैकेनिज्म मैं थोड़ा शो करता, ये कार्बोक्सिलिक एसिड्स तो आ, ठीक है। मैं थोड़ा डेरिवेटिव्स का शो किया, जिदा भी लै लो सेम इहदा मैकेनिज्म होगा, ठीक है। तो ये होंगे ने बच्चे अपने कार्बोक्सिलिक एसिड्स एंड इट्स डेरिवेटिव्स को इन द प्रेजेंस ऑफ लिथियम एल्यूमीनियम हाइड्राइड आपां की करवाने हैं, उन्हां दी रिडक्शन करवा रहे हैं, ठीक है। हाँ जी, नेक्स्ट हैगा फ्रॉम ग्रिग्नार्ड रिएजेंट्स। ग्रिग्नार्ड रिएजेंट्स तो आपां किद्दां प्रिपेयर करते हैं। ग्रिग्नार्ड सब तो पहला तुहानूं ग्रिग्नार्ड रिएजेंट पता होना चाहिए, हुंदा की है ग्रिग्नार्ड रिएजेंट। हाँ जी, ग्रिग्नार्ड रिएजेंट एक ऑर्गेनो मैटेलिक कंपाउंड है, ये बहुत हाईली रिएक्टिव है। ये बनता किद्दां है, सब तो पहला ग्रिग्नार्ड रिएजेंट की फॉर्मेशन देखो होंदी किद्दां है। अल्काइल हैलाइड ले लिया आपने, अल्काइल हैलाइड मीनस RX, एक्स की है इत्थे कोई भी हैलोजन, हैलोजन कोई भी हो सकता है, क्लोरीन भी हो सकता है, फ्लोरीन भी हो सकता है, ब्रोमीन कुछ भी हो सकता है, ठीक है। हैलाइड आपां ले लिया X, R इत्थे कोई भी ग्रुप लग्या हो सकता है, CH3 कुछ भी लग्या हो सकता है, ठीक है। इनू आपां ने मैग्नीशियम दे नाल रिएक्ट करवाता। मैग्नीशियम एक मेटल है, स्ट्रॉन्ग मेटल है, ठीक है, मतलब हाईली रिएक्टिव मेटल है। ये की करूगा, ये जल्दी इहदे नाल रिएक्ट करूगा, ठीक है। जल्दी जो रिएक्ट कर जूगा इन द प्रेजेंस ऑफ ड्राई ईथर, ड्राई ईथर की प्रेजेंस दे विच जो रिएक्ट करूगा तो ये इदां अपने को एक कंपाउंड बन जूगा, ये हुंदा ग्रिग्नार्ड रिएजेंट, ठीक है। ग्रिग्नार्ड रिएजेंट बनूगा तो यही ग्रिग्नार्ड रिएजेंट की हेल्प के नाल आपां एल्कोहल्स की करते हैं, बनाने किदां विद एल्डिहाइड्स एंड कीटोन्स, ठीक है। एल्डिहाइड्स एंड कीटोन्स के नाल आपां यही ग्रिग्नार्ड रिएजेंट नूं रिएक्ट करवा के आपां एल्कोहल्स प्रोड्यूस करते हैं। तो इत्थे पहला की होगा, फर्स्ट स्टैप दे विच न्यूक्लियोफिलिक एडिशन होगी। न्यूक्लियोफिलिक एडिशन किद्दां होगी, देखो हुण फर्स्ट स्टैप की अपने कोल इत्थे देखो, हाँ जी, अपने कोई भी एल्डिहाइड ले लिया, एल्डिहाइड इत्थे ले लिया HCHO, फॉर्मेल्डिहाइड लिया इत्थे, ठीक है। HCHO ले लिया फॉर्मेल्डिहाइड, हाँ जी। अपना ग्रिग्नार्ड रिएजेंट कोई भी ले लो, इत्थे RMgX लग्या हुंदा है, मैं इत्थे R ले लिया मिथाइल ग्रुप, ठीक है। R की जगह CH3 ले लिया MgX। हुण देखो सेम, और अपने को ऑक्सीजन की है मोस्ट इलैक्ट्रोनैगेटिव एलीमेंट, ये की करूगा, ए वाले बॉन्ड नूं अपने वाल अट्रैक्ट करूगा, तो इधरों कार्बन मतलब ए से पॉजिटिव पार्शियल पॉजिटिव आ जाऊगा, ऑक्सीजन से पार्शियल नैगेटिव आ जाऊगा। अपने ग्रिग्नार्ड रिएजेंट पाया, ग्रिग्नार्ड रिएजेंट दे विच की होगा, सब तो पहला इत्थे न्यूक्लियोफिलिक एडिशन होगी। न्यूक्लियोफिलिक एडिशन मीनस हुण देखो इत्थे की लग्या होया आर ग्रुप, ठीक है। इत्थे लग्या होया मैग्नीशियम, मैग्नीशियम के उपर हुंदा पॉजिटिव चार्ज, ते जिहड़ा आर ग्रुप हुंदा ए वाले बॉन्ड दे इलैक्ट्रॉन अपने वाल अट्रैक्ट करदा है, जिहड़ा इत्थे बॉन्ड लग्या होया इहदे इलैक्ट्रॉन अपने वाल अट्रैक्ट करदा है, अपने वाल अट्रैक्ट करता है, ठीक है। यह किहड़ा इफैक्ट हुंदा, पॉजिटिव आई इफैक्ट, जदों जिहड़ा आर ग्रुप ਉਹਦੀ टेंडेंसी ਹੁੰਦੀ ਆ, ਉਹ ਜਦੋਂ ਵੀ ਕਿਸੇ ਨਾਲ ਬੌਂਡ ਬਣਾਉਂਦਾ ਤਾਂ ਉਹ ਉਹਦੇ ਜਿਹੜੇ ਇਲੈਕਟ੍ਰੋਨ ਹੁੰਦੇ ਨੇ, ਬੌਂਡਡ ਇਲੈਕਟ੍ਰੋਨ ਨੂੰ ਆਪਣੇ ਵੱਲ ਅਟਰੈਕਟ ਕਰਨ ਦੀ ਕੋਸ਼ਿਸ਼ ਕਰਦਾ ਹੈ। ਤਾਂ ਕਰਕੇ ਇਹਦੇ ਉੱਪਰ ਕਿਹੜਾ ਚਾਰਜ ਹੁੰਦਾ, ਨੈਗੇਟਿਵ, ਪਾਰਸ਼ੀਅਲ ਨੈਗੇਟਿਵ, ਤੇ ਮੈਗਨੀਸ਼ੀਅਮ ਉੱਪਰ ਪੋਜ਼ਿਟਿਵ ਪਾਰਸ਼ੀਅਲ ਪੋਜ਼ਿਟਿਵ ਆ ਜਾਊਗਾ, ਠੀਕ ਹੈ। ਹੁਣ ਜਿਹੜਾ ਆਪਣਾ ਇਹ ਗ੍ਰਿਗਨਾਰਡ ਰੀਏਜੈਂਟ ਆ, ਇਹ ਐਜ਼ ਅ ਨਿਊਕਲੀਓਫਾਈਲ ਕੰਮ ਕਰੂਗਾ। ਨਿਊਕਲੀਓਫਾਈਲ ਕੰਮ ਕਰੂਗਾ ਮਤਲਬ ਇਹ ਕਿੱਥੇ ਅਟੈਕ ਕਰੂਗਾ, ਜਿੱਥੇ ਕੀ ਹੈ ਆਪਣੇ ਕੋਲ ਪਾਰਸ਼ੀਅਲ ਪੋਜ਼ਿਟਿਵ ਚਾਰਜ ਹੋਊਗਾ, ਉੱਥੇ ਅਟੈਕ ਕਰੂਗਾ, ਠੀਕ ਹੈ। ਹੁਣ ਪਾਰਸ਼ੀਅਲ ਪੋਜ਼ਿਟਿਵ ਚਾਰਜ ਆਪਣੇ ਕੋਲ ਇੱਥੇ ਕਾਰਬਨ ਕੋਲ ਹੈ, ਤੇ ਇਹੀ ਜਿਹੜਾ ਗ੍ਰਿਗਨਾਰਡ ਰੀਏਜੈਂਟ ਦੇ ਵਿੱਚ ਜਿਹੜਾ ਆਪਣੇ ਕੋਲ ਇਹ ਵਾਲਾ CH3 ਇਹ ਅਟੈਕ ਕਰੂਗਾ, ਠੀਕ ਹੈ। ਕਿੱਦਾਂ ਅਟੈਕ ਕਰੂਗਾ, ਦੇਖੋ
CH3 ਨੇ ਇਹਦੇ ਤੇ ਅਟੈਕ ਕੀਤਾ, ਉਸ ਤੋਂ ਬਾਅਦ ਨਾਲ ਦੀ ਨਾਲ ਇਹ ਵਾਲੇ ਇਲੈਕਟ੍ਰੋਨ ਕਿੱਥੇ ਚਲੇ ਗਏ, ਆਕਸੀਜਨ ਉੱਪਰ। ਠੀਕ ਹੈ, ਜਦੋਂ ਆਕਸੀਜਨ ਉੱਪਰ ਇਹ ਇਲੈਕਟ੍ਰੋਨ ਚਲੇ ਗਏ, ਹੁਣ ਆਕਸੀਜਨ ਉੱਪਰ ਕੀ ਹੈ, ਮਾਈਨਸ ਆ ਜਾਊਗਾ ਇੱਥੇ ਚਾਰਜ। ਜਦੋਂ ਮਾਈਨਸ ਆ ਗਿਆ ਤਾਂ ਜਿਹੜਾ ਇਹਦਾ ਇਹ ਪੋਜ਼ਿਟਿਵ ਪਾਰਟ ਹੋਊਗਾ, ਇਹ ਕਿਹਦੇ ਉੱਪਰ ਅਟੈਕ ਕਰ ਜਾਊਗਾ, ਇਸ ਆਕਸੀਜਨ ਉੱਪਰ। ਠੀਕ ਹੈ, ਤੇ ਜਦੋਂ ਆਕਸੀਜਨ ਉੱਪਰ ਅਟੈਕ ਕੀਤਾ ਤਾਂ ਇਹ ਇਦਾਂ ਬਣ ਜਾਊਗਾ, ਇਹ ਵਾਲੇ C ਨਾਲ ਆਪਣੇ ਕੋਲ ਅਟੈਚ ਹੋ ਗਿਆ ਜਿਹਨੇ CH3 ਨੇ ਅਟੈਕ ਕੀਤਾ ਸੀ। ਠੀਕ ਹੈ, ਤੇ ਉਹਦੇ ਨਾਲ ਕੀ ਆਪਣੇ ਅਟੈਚ ਹੋ ਗਿਆ MgX। ਠੀਕ ਹੈ, ਉਸ ਤੋਂ ਬਾਅਦ ਦੇਖੋ ਜਦੋਂ ਆਪਾਂ ਇਹਦੇ ਵਿੱਚ ਵਾਟਰ ਐਡ ਕਰ ਦਾਂਗੇ, ਉਸ ਤੋਂ ਬਾਅਦ ਵਾਟਰ ਐਡ ਕਰਾਂਗੇ, ਹੁਣ ਦੇਖੋ ਇੱਥੇ ਕੀ ਆ, O ਦੇ ਉੱਪਰ ਨੈਗੇਟਿਵ ਚਾਰਜ ਹੈ, ਤੇ M ਦੇ ਉੱਪਰ ਕੀ ਆ, Mg ਦੇ ਉੱਪਰ ਮੈਗਨੀਸ਼ੀਅਮ ਉੱਪਰ ਕੀ ਆ, ਪੋਜ਼ਿਟਿਵ ਚਾਰਜ ਹੈ ਆਪਣੇ ਕੋਲ। ਠੀਕ ਹੈ, ਜਦੋਂ ਆਪਾਂ ਇਹਨੂੰ ਵਾਟਰ ਦੇ ਵਿੱਚ ਮਿਕਸ ਕਰਾਂਗੇ, ਵਾਟਰ ਦਾ ਜਿਹੜਾ ਪੋਜ਼ਿਟਿਵ ਪਾਰਟ ਹੋਊਗਾ ਤੇ OH ਨੈਗੇਟਿਵ ਪਾਰਟ ਹੋਊਗਾ। ਵਾਟਰ ਦਾ ਪੋਜ਼ਿਟਿਵ ਪਾਰਟ ਕਿਹਦੇ ਕੋਲ ਜਾਊਗਾ, ਆਕਸੀਜਨ ਕੋਲ। ਠੀਕ ਹੈ, ਤੇ OH ਨੈਗੇਟਿਵ ਪਾਰਟ ਕਿਹਦੇ ਕੋਲ ਜਾਊਗਾ, ਪੋਜ਼ਿਟਿਵ ਪਾਰਟ ਕੋਲ। ਠੀਕ ਹੈ, ਤੇ ਇਦਾਂ ਅਟੈਚ ਹੋ ਜਾਣਗੇ ਇਹ, ਤੇ ਆਪਣੇ ਕੋਲ ਫਾਰਮੇਸ਼ਨ ਹੋ ਜਾਊਗੀ 1 ਡਿਗਰੀ ਅਲਕੋਹਲ ਦੀ। ਬਸ ਆਹ ਚੀਜ਼ ਬਣੂਗੀ। ਠੀਕ ਹੈ, ਇਹਨੂੰ ਆਪਾਂ ਕਹਿੰਦੇ ਆ ਗ੍ਰਿਗਨਾਰਡ ਰੀਏਜੈਂਟਸ ਦੇ ਥਰੂ ਆਪਾਂ ਕਿੱਦਾਂ ਰਿਐਕਸ਼ਨ ਕਰਵਾਈ ਆ। ਠੀਕ ਹੈ ਜੀ, ਸਭ ਤੋਂ ਪਹਿਲਾਂ ਇੱਥੇ ਨਿਊਕਲੀਓਫਿਲਿਕ ਐਡੀਸ਼ਨ ਹੋਊਗੀ। ਨਿਊਕਲੀਓਫਿਲਿਕ ਐਡੀਸ਼ਨ ਕਿੱਦਾਂ ਹੋਊਗੀ, ਜਿਹੜਾ CH3 ਹੈ ਇਹਦੇ ਵਿੱਚ ਉਹ ਪਾਰਸ਼ੀਅਲ ਨੈਗੇਟਿਵ ਹੈ। ਠੀਕ ਹੈ, ਇਹ ਜਿਹੜਾ ਗ੍ਰਿਗਨਾਰਡ ਰੀਏਜੈਂਟ ਹੋਊਗਾ ਇਹ ਨਿਊਕਲੀਓਫਾਈਲ ਦੀ ਤਰ੍ਹਾਂ ਕੰਮ ਕਰੂਗਾ। ਨਿਊਕਲੀਓਫਾਈਲ ਦਾ ਕੰਮ ਕੀ ਹੁੰਦਾ, ਉੱਥੇ ਅਟੈਕ ਕਰਨਾ, ਉਸ ਸਾਈਡ ਤੇ ਅਟੈਕ ਕਰਨਾ ਜਿੱਥੇ ਕੀ ਆ ਇਲੈਕਟ੍ਰੋਨਸ ਦੀ ਲੋੜ ਹੋਊਗੀ। ਠੀਕ ਹੈ, ਤਾਂ ਕਾਰਬਨ ਨੂੰ ਇਲੈਕਟ੍ਰੋਨਸ ਦੀ ਲੋੜ ਹੈ, ਇਹ ਇੱਥੇ ਅਟੈਕ ਕਰੂਗਾ। ਉਸ ਤੋਂ ਬਾਅਦ ਆਪਣੇ ਕੋਲ ਇਹ ਵਾਲਾ ਇੰਟਰਮੀਡੀਏਟ ਬਣ ਜਾਊਗਾ। ਠੀਕ ਹੈ, ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਵਾਟਰ ਮਿਕਸ ਕਰਾਂਗੇ। ਵਾਟਰ ਮਿਕਸ ਕਰਨ ਤੇ ਆਪਣੇ ਕੋਲ ਕੀ ਬਣ ਜਾਊਗਾ, 1 ਡਿਗਰੀ ਅਲਕੋਹਲ ਤੇ ਨਾਲ ਆਪਣਾ ਮੈਗਨੀਸ਼ੀਅਮ ਹਾਈਡਰੋਕਸਾਈਡ ਜਿਹੜਾ ਵੀ ਨਾਲ ਬਣਿਆ। ਠੀਕ ਹੈ, ਬਾਈ ਪ੍ਰੋਡਕਟ ਬਣ ਜਾਊਗਾ। ਉਸ ਤੋਂ ਬਾਅਦ ਦੇਖੋ ਸੈਕਿੰਡ, ਹੁਣ ਆਪਾਂ ਨੇ ਜੇ 2 ਡਿਗਰੀ ਅਲਕੋਹਲ ਬਣਾਉਣਾ। ਠੀਕ ਹੈ, 1 ਡਿਗਰੀ ਅਲਕੋਹਲ ਆਪਾਂ ਨੇ ਫਾਰਮੈਲਡੀਹਾਈਡ ਤੋਂ ਬਣਾਇਆ ਸੀ। ਹੁਣ ਜੇ ਆਪਾਂ ਨੇ 2 ਡਿਗਰੀ ਅਲਕੋਹਲ ਬਣਾਉਣਾ, ਉਹ ਵੀ ਦੇਖੋ 2 ਡਿਗਰੀ ਅਲਕੋਹਲ ਕਿੱਦਾਂ ਬਣੂਗਾ, ਸੇਮ ਹੈ, ਬਸ ਤੁਸੀਂ ਉੱਥੇ ਨੰਬਰ ਆਫ ਕਾਰਬਨ ਐਟਮਸ ਵਧਾ ਦੇਣੇ ਨੇ। ਜਿੱਦਾਂ ਪਹਿਲਾਂ ਆਪਾਂ ਨੇ ਇੱਥੇ H ਲਿਆ ਸੀ, ਹੁਣ CH3 ਲਾਤਾ। ਠੀਕ ਹੈ, ਸੇਮ ਪ੍ਰੋਸੀਜਰ ਹੈ, ਸੇਮ ਮੈਕੈਨਿਜ਼ਮ ਹੈ, ਐਂਡ ਤੇ ਆਪਣੇ ਕੋਲ ਕੀ ਬਣ ਜਾਊਗਾ ਕਿ 2 ਡਿਗਰੀ ਅਲਕੋਹਲ। ਠੀਕ ਹੈ, ਸੇਮ ਪ੍ਰੋਸੈਸ ਹੈ, ਉਦਾਂ ਹੀ ਮੈਕੈਨਿਜ਼ਮ ਹੈ। ਪਹਿਲਾਂ ਨਿਊਕਲੀਓਫਾਈਲ ਐਡੀਸ਼ਨ ਹੋਈ, ਨਿਊਕਲੀਓਫਾਈਲ ਐਡੀਸ਼ਨ ਹੋਣ ਤੋਂ ਬਾਅਦ ਆਪਣੇ ਕੋਲ ਆ ਚੀਜ਼ ਬਣ ਗਈ। ਠੀਕ ਹੈ, ਇਹ ਚੀਜ਼ ਬਣ ਗਈ, ਤੇ ਉਸ ਤੋਂ ਬਾਅਦ ਆਪਣਾ ਵਾਟਰ ਐਡ ਕੀਤਾ। ਵਾਟਰ ਐਡ ਕਰਨ ਤੇ ਪੋਜ਼ਿਟਿਵ ਪਾਰਟ ਨੈਗੇਟਿਵ ਪਾਰਟ ਕੋਲ ਚਲਾ ਜਾਊਗਾ, ਆਕਸੀਜਨ ਨਾਲ ਅਟੈਚ ਹੋ ਜਾਊਗਾ। ਠੀਕ ਹੈ, ਤੇ ਆਪਣੇ ਕੋਲ 2 ਡਿਗਰੀ ਅਲਕੋਹਲ ਇੱਥੇ ਫਾਰਮ ਹੋ ਜਾਊਗਾ। ਠੀਕ ਹੈ ਜੀ, ਉਸ ਤੋਂ ਬਾਅਦ ਕੀਟੋਨ ਤੋਂ, ਜੇ ਆਪਾਂ ਨੇ ਕੀਟੋਨ ਦੇ ਵਿੱਚ ਹੁਣ ਆਪਾਂ ਨੇ 3 ਡਿਗਰੀ ਅਲਕੋਹਲ ਬਣਾਉਣਾ। 3 ਡਿਗਰੀ ਅਲਕੋਹਲ ਕਿੱਥੋਂ ਬਣੂਗਾ, ਕੀਟੋਨ ਤੋਂ। ਠੀਕ ਹੈ, ਜੇ ਆਪਾਂ ਕੀਟੋਨ ਦੀ ਰਿਐਕਸ਼ਨ ਕਰਵਾ ਦਾਂਗੇ ਗ੍ਰਿਗਨਾਰਡ ਰੀਏਜੈਂਟ ਨਾਲ, ਸੇਮ ਮੈਕੈਨਿਜ਼ਮ ਹੈ, ਬਸ ਆਪਣੇ ਕੋਲ ਐਂਡ ਤੇ 3 ਡਿਗਰੀ ਅਲਕੋਹਲ ਬਣ ਜਾਊਗਾ। ਮੈਂ ਤੁਹਾਨੂੰ ਇਹ ਨੋਟਸ ਸੈਂਡ ਕਰੂੰਗੀ, ਆਪਣੇ ਫੇਅਰ ਨੋਟ ਬੁੱਕਸ ਤੇ ਨਾਲ ਦੀ ਨਾਲ ਲਿਖ ਲਿਆ ਕਰਿਓ। ਠੀਕ ਹੈ, ਕਿਸੇ ਨੇ ਪੈਂਡਿੰਗ ਨਹੀਂ ਛੱਡਣਾ ਹੈਗਾ, ਕਿਉਂਕਿ ਬੁੱਕ ਦੇ ਵਿੱਚ ਤੁਹਾਨੂੰ ਮੈਕੈਨਿਜ਼ਮ ਕਈ ਵਾਰ ਦਿੱਤੇ ਵੀ ਨਹੀਂ ਹੁੰਦੇ, ਜਾਂ ਫਿਰ ਉਹ ਕਲੀਅਰ ਵੀ ਨਹੀਂ ਹੋਣੇ ਹੈਗੇ ਤੁਹਾਨੂੰ। ਹੈਂਡ ਰਿਟਨ ਨੋਟਸ ਜੋ ਮੈਂ ਤੁਹਾਨੂੰ ਬਣਾ ਕੇ ਭੇਜੂੰਗੀ ਉਹ ਤੁਸੀਂ ਆਪਣੇ ਨੋਟਬੁੱਕਸ ਤੇ ਕਰਨੇ ਨੇ। ਠੀਕ ਹੈ, ਹਾਂਜੀ, ਕੀਟੋਨ ਤੋਂ ਆਪਾਂ 3 ਡਿਗਰੀ ਅਲਕੋਹਲ ਪ੍ਰਪੇਅਰ ਕਰ ਲਿਆ। ਉਸ ਤੋਂ ਬਾਅਦ ਦੇਖੋ ਇਹ ਸੀ ਆਪਣੀ ਪ੍ਰੈਪਰੇਸ਼ਨ ਆਫ ਐਲਕੋਹਲ, ਇੱਥੇ ਤੱਕ ਖਤਮ। ਆਪਾਂ ਨੇ ਐਲਕੀਨਸ ਤੋਂ ਪ੍ਰੈਪਰੇਸ਼ਨ ਕੀਤੀ ਆ। ਠੀਕ ਹੈ, ਆਪਾਂ ਨੇ ਰਿਡਕਸ਼ਨ ਕੀਤੀ ਆ ਐਲਡੀਹਾਈਡ ਐਂਡ ਕੀਟੋਨਸ ਦੀ, ਤੇ ਕਾਰਬੋਕਸਿਲਿਕ ਐਸਿਡ ਦੀ ਰਿਡਕਸ਼ਨ ਕੀਤੀ ਆ, ਤੇ ਆਪਾਂ ਨੇ ਕੀ ਕੀਤਾ, ਗ੍ਰਿਗਨਾਰਡ ਰੀਏਜੈਂਟ ਤੋਂ ਪ੍ਰੈਪਰੇਸ਼ਨ ਆਫ ਐਲਕੋਹਲਸ ਕੀਤੀ। ਉਸ ਤੋਂ ਬਾਅਦ ਆਪਾਂ ਫਿਨੋਲਸ ਦੀ ਪ੍ਰੈਪਰੇਸ਼ਨ ਤੋਂ ਪਹਿਲਾਂ ਆਪਾਂ ਐਲਕੋਹਲਸ ਦਾ ਸਾਰਾ ਕਰ ਲਈਏ, ਫਿਜ਼ੀਕਲ ਪ੍ਰੋਪਰਟੀਜ਼ ਜੋ ਵੀ ਹੈਗੀਆਂ। ਠੀਕ ਹੈ, ਤਾਂ ਆਪਾਂ ਹੁਣ ਫਿਜ਼ੀਕਲ ਪ੍ਰੋਪਰਟੀਜ਼ ਆਫ ਐਲਕੋਹਲਸ ਦੇਖਾਂਗੇ। ਹਾਂਜੀ, ਫਿਜ਼ੀਕਲ ਪ੍ਰੋਪਰਟੀਜ਼ ਤੇ ਕਈ ਵਾਰ ਰੀਜ਼ਨਿੰਗ ਕੁਐਸਚਨ ਆਉਂਦੇ ਨੇ। ਠੀਕ ਹੈ, ਇਸ ਕਰਕੇ ਤੁਹਾਨੂੰ ਫਿਜ਼ੀਕਲ ਪ੍ਰੋਪਰਟੀਜ਼ ਨਹੀਂ ਛੱਡਣੀਆਂ ਹੈਗੀਆਂ, ਇਹ ਵੀ ਪੜ੍ਹਨੀਆਂ ਨੇ। ਹਾਂਜੀ, ਅਲਕੋਹਲਸ ਦਾ ਫਾਰਮੂਲਾ ਹੁੰਦਾ ROH। ਠੀਕ ਹੈ, ਇਹਦੇ ਵਿੱਚ ਆਪਣੇ ਕੋਲ OH ਗਰੁੱਪ ਹੈ, ਹਾਈਡਰੋਕਸਿਲ ਗਰੁੱਪ, ਤੇ ਇਹਦੇ ਵਿੱਚ ਕਿਹੜੀ ਬੌਂਡਿੰਗ ਹੋ ਰਹੀ ਹੈ, ਹਾਈਡਰੋਜਨ ਬੌਂਡਿੰਗ। ਠੀਕ ਹੈ, ਹਾਈਡਰੋਜਨ ਬੌਂਡਿੰਗ ਕਿਹੜੀ ਹੁੰਦੀ ਆ, ਇੰਟਰਮੋਲੀਕੂਲਰ, ਮਤਲਬ ਇੱਕੋ ਹੀ ਮੋਲੀਕਿਊਲ ਦੇ ਵਿੱਚ। ਠੀਕ ਹੈ, ਇੰਟਰਮੋਲੀਕੂਲਰ ਬੌਂਡਿੰਗ ਹੁੰਦੀ ਹੈ ਇਹ। ਸਭ ਤੋਂ ਪਹਿਲਾਂ ਇਹਦੀ ਫਿਜ਼ੀਕਲ ਪ੍ਰੋਪਰਟੀ ਹੈਗੀ ਹੈ ਸੋਲਿਬਿਲਿਟੀ ਇਨ ਵਾਟਰ। ਹਾਂਜੀ, ਸੋਲਿਬਿਲਿਟੀ ਇਨ ਵਾਟਰ ਮੀਨਸ ਕਿ ਕੋਈ ਵੀ ਅਲਕੋਹਲ ਵਾਟਰ ਦੇ ਵਿੱਚ ਉਹ ਕਿੰਨੀ ਕੁ ਉਹਦੀ ਸੋਲਿਬਿਲਿਟੀ ਹੈ। ਠੀਕ ਹੈ, ਹਾਈਲੀ ਸੋਲਿਊਬਲ ਹੈ, ਕਿੰਨਾ ਕੁ ਸੋਲਿਊਬਲ ਹੈ। ਹਾਂਜੀ, ਜਿਹੜੇ ਆਪਣੇ ਅਲਕੋਹਲਸ ਹੁੰਦੇ ਨੇ, ਠੀਕ ਹੈ, ਉਹਨਾਂ ਦੀ ਜਿਹੜੀ ਸੋਲਿਬਿਲਿਟੀ ਹੁੰਦੀ ਬਹੁਤ ਜ਼ਿਆਦਾ ਹੁੰਦੀ ਆ, ਕਿਉਂਕਿ ਇਹਦੇ ਵਿੱਚ ਜਿਹੜਾ ਹਾਈਡਰੋਕਸਿਲ ਗਰੁੱਪ ਹੈ ਇਹ ਕੀ ਕਰਦਾ, ਇਹ ਹਾਈਡਰੋਜਨ ਬੌਂਡਿੰਗ ਬਣਾਉਂਦਾ। ਜਦੋਂ ਆਪਾਂ ਇਹਨੂੰ ਵਾਟਰ ਦੇ ਵਿੱਚ ਮਿਕਸ ਕਰ ਦਾਂਗੇ, ਠੀਕ ਹੈ, ਦੇਖੋ ਹੁਣ
ਇੱਥੇ ਲੱਗਿਆ ਹੋਇਆ ਮੇਰੇ ਕੋਲ R ਗਰੁੱਪ, ਇਹਦੇ ਨਾਲ OH ਇਦਾਂ ਲੱਗਿਆ ਹੋਇਆ, ਠੀਕ ਹੈ। ਮੈਂ ਇਹਨੂੰ ਵਾਟਰ ਦੇ ਵਿੱਚ ਪਾਤਾ, ਵਾਟਰ ਦੇ ਵਿੱਚ ਵੀ ਕੀ ਆ, ਆਕਸੀਜਨ OH ਠੀਕ ਹੈ। ਇਦਾਂ ਹੀ ਇੱਕ ਹੋਰ ਜਿਹੜਾ ਹੋਊਗਾ ਗਰੁੱਪ ਲੱਗਿਆ ਹੋਊਗਾ ਅਲਕੋਹਲ ਦਾ, ਠੀਕ ਹੈ। ਆਪਣੇ ਕੋਲ ਇਹ ਚੀਜ਼ ਹੋਊਗੀ। ਹੁਣ ਦੇਖੋ ਜਦੋਂ ਮੈਂ ਇਹਨੂੰ ਵਾਟਰ ਦੇ ਵਿੱਚ ਪਾਤਾ ਅਲਕੋਹਲ ਨੂੰ, ਤਾਂ ਇੱਥੇ ਕੀ ਹੋਊਗਾ, ਜਿਹੜਾ ਅਲਕੋਹਲ ਦੀ ਕੀ ਟੈਂਡੈਂਸੀ ਹੈ, ਇਹ ਵਾਟਰ ਮੋਲੀਕਿਊਲ ਨਾਲ ਹਾਈਡਰੋਜਨ ਬੌਂਡ ਬਣਾਊਗਾ। ਦੇਖੋ ਅਲਕੋਹਲ ਦਾ ਆਕਸੀਜਨ ਤੇ ਇਹ ਕਿਹਦੇ ਨਾਲ, ਵਾਟਰ ਦੇ H ਨਾਲ, ਠੀਕ ਹੈ। ਸੇਮ ਇੱਧਰ ਹੋਊਗਾ, ਮਤਲਬ ਇਹ ਕਿੱਦਾਂ ਏਦਾਂ ਹਾਈਡਰੋਜਨ ਬੌਂਡਿੰਗ ਬਣਾਉਂਦਾ ਜਾਊਗਾ, ਤੇ ਜਿੰਨੀ ਜ਼ਿਆਦਾ ਇਹਦੀ ਹਾਈਡਰੋਜਨ ਬੌਂਡਿੰਗ ਬਣਦੀ ਜਾਊਗੀ ਉਹਨਾਂ ਮਤਲਬ ਇਹ ਵਾਟਰ ਦੇ ਵਿੱਚ ਕੀ ਹੋ ਰਿਹਾ, ਸੋਲਿਊਬਲ ਹੋ ਰਿਹਾ, ਠੀਕ ਹੈ। ਤੇ ਮਤਲਬ ਇਹਨਾਂ ਦੀ ਜਿਹੜੀ ਸੋਲਿਊਬਿਲਿਟੀ ਹੁੰਦੀ ਆ ਹਾਈ ਹੁੰਦੀ ਹੈ। ਕਿਉਂ ਹੁੰਦੀ ਹੈ, ਕਿਉਂਕਿ ਇਹਨਾਂ ਦਾ ਜਿਹੜਾ ਇਹਨਾਂ ਦੇ ਵਿੱਚ ਹਾਈਡਰੋਕਸਿਲ ਗਰੁੱਪ ਹੈ ਉਹ ਕੀ ਬਣਾ ਰਿਹਾ, ਵਾਟਰ ਦੇ ਨਾਲ ਹਾਈਡਰੋਜਨ ਬੌਂਡਿੰਗ ਬਣਾਉਂਦਾ ਹੈ, ਤੇ ਉਹਦੇ ਕਰਕੇ ਇਹਨਾਂ ਦੀ ਸੋਲਿਊਬਿਲਿਟੀ ਜ਼ਿਆਦਾ ਹੁੰਦੀ ਹੈ। ਬਟ ਜੇ ਆਪਾਂ ਸਿਰਫ ਅਲਕੋਹਲਸ ਦੇ ਵਿੱਚ ਦੇਖੀਏ ਵੀ ਆਪਾਂ ਜਿਵੇਂ ਉੱਪਰੋਂ ਤੋਂ ਨੀਚੇ ਆਪਾਂ ਮੂਵ ਕਰਦੇ ਹਾਂ, ਠੀਕ ਹੈ। ਜਿਵੇਂ ਸਭ ਤੋਂ ਪਹਿਲਾਂ ਮੀਥੇਨੋਲ ਹੈ, ਫਿਰ ਈਥੇਨੋਲ ਹੈ, ਨੰਬਰ ਆਫ ਕਾਰਬਨ ਐਟਮਸ ਕੀ ਹੋ ਰਹੇ ਨੇ, ਇਨਕਰੀਜ਼ ਹੋ ਰਹੇ ਨੇ, ਠੀਕ ਹੈ। ਫਿਰ ਪ੍ਰੋਪੇਨੋਲ ਆ ਗਿਆ, ਬਿਊਟੇਨੋਲ ਆ ਗਿਆ। ਜਿੱਦਾਂ ਜਿੱਦਾਂ ਨੰਬਰ ਆਫ ਕਾਰਬਨ ਐਟਮਸ ਅਲਕੋਹਲ ਦੇ ਵਿੱਚ ਇਨਕਰੀਜ਼ ਹੁੰਦੇ ਜਾਣਗੇ, ਇਹਨਾਂ ਦੀ ਸੋਲਿਊਬਿਲਿਟੀ ਡਿਕਰੀਜ਼ ਹੁੰਦੀ ਜਾਊਗੀ, ਠੀਕ ਹੈ। ਮਤਲਬ ਲੈਸਰ ਦਾ ਨੰਬਰ ਆਫ ਕਾਰਬਨ ਐਟਮਸ, ਮੋਰ ਇਜ਼ ਦਾ ਸੋਲਿਊਬਿਲਿਟੀ ਆਫ ਅਲਕੋਹਲਸ, ਠੀਕ ਹੈ ਜੀ। ਜਿੰਨੇ ਜ਼ਿਆਦਾ ਨੰਬਰ ਆਫ ਕਾਰਬਨ ਐਟਮਸ ਘੱਟ ਹੋਣਗੇ ਉਨੀ ਜ਼ਿਆਦਾ ਕੀ ਹੋਊਗੀ, ਮਤਲਬ ਜਿਹੜਾ ਤੁਸੀਂ ਅਲਕਾਈਲ ਗਰੁੱਪ ਲਗਾਇਆ ਉਹਦੇ ਸਾਈਜ਼ ਤੇ ਡਿਪੈਂਡ ਕਰਦਾ ਹੈ, ਠੀਕ ਹੈ। ਜੇ ਉਹਦਾ ਸਾਈਜ਼ ਵੱਡਾ ਹੈ ਤਾਂ ਉਹਦੀ ਸੋਲਿਊਬਿਲਿਟੀ ਵੀ ਕੀ ਹੋਊਗੀ, ਘੱਟ ਹੋਊਗੀ, ਠੀਕ ਹੈ। ਤਾਂ ਸਭ ਤੋਂ ਜ਼ਿਆਦਾ ਜਿਹੜਾ ਹਾਈਲੀ ਸੋਲਿਊਬਲ ਆ ਉਹ ਕਿਹੜਾ ਹੁੰਦਾ, ਆਪਣਾ ਮੀਥੇਨੋਲ ਹੁੰਦਾ, ਉਹਦੇ ਵਿੱਚ ਨੰਬਰ ਆਫ ਕਾਰਬਨ ਐਟਮਸ ਘੱਟ ਹੁੰਦੇ ਨੇ, ਠੀਕ ਹੈ। ਹਾਂਜੀ, ਉਸ ਤੋਂ ਬਾਅਦ ਬੋਇਲਿੰਗ ਪੁਆਇੰਟ। ਬੋਇਲਿੰਗ ਪੁਆਇੰਟ ਕੀ ਹੁੰਦਾ ਹੈ, ਕੋਈ ਇੱਕ ਏਦਾਂ ਦਾ ਟੈਂਪਰੇਚਰ ਜਿੱਥੇ ਬੋਇਲਿੰਗ ਪੁਆਇੰਟ ਹੁੰਦਾ ਕੀ ਹੈ, ਲਿਕੁਇਡ ਤੋਂ ਗੈਸਿਸ ਦੇ ਵਿੱਚ ਚੇਂਜ ਕਰਨਾ, ਅਲਕੋਹਲ ਨੂੰ ਗੈਸੀਅਸ ਸਟੇਟ ਦੇ ਵਿੱਚ ਚੇਂਜ ਕਰਨਾ ਹੈ। ਕਿੱਦਾਂ ਕਰਨਾ ਹੈ, ਜੇ ਉਹਨਾਂ ਦੇ ਮੋਲੀਕਿਊਲਸ ਦੇ ਵਿੱਚ ਜਿਹੜੀ ਇੰਟਰਮੋਲੀਕੂਲਰ ਬੌਂਡਿੰਗ ਹੈ ਉਹਨੂੰ ਆਪਾਂ ਬ੍ਰੇਕ ਕਰ ਦਈਏ, ਠੀਕ ਹੈ, ਤਾਂ ਹੀ ਉਹ ਜਿਹੜੇ ਪਾਰਟੀਕਲਸ ਹੋਣਗੇ ਉਹ ਉਸ ਲਿਕੁਇਡ ਸਟੇਟ ਨੂੰ ਛੱਡ ਕੇ ਗੈਸਿਸ ਦੇ ਵਿੱਚ ਜਾਣਗੇ। ਤਾਂ ਮਤਲਬ ਇਦਾਂ ਦਾ ਟੈਂਪਰੇਚਰ ਜਿਹੜੀ ਉਸ ਹਾਈਡਰੋਜਨ ਬੌਂਡਿੰਗ ਨੂੰ ਤੋੜ ਸਕੇ ਉਹਨਾਂ ਦੇ ਵਿੱਚ, ਠੀਕ ਹੈ, ਉਹ ਹੁੰਦਾ ਉਹਦਾ ਬੋਇਲਿੰਗ ਪੁਆਇੰਟ। ਹੁਣ ਦੇਖੋ ਇਹ ਕਿਸ ਤੇ ਡਿਪੈਂਡ ਕਰਦਾ ਹੈ, ਇਹ ਡਿਪੈਂਡ ਕਰਦਾ ਨੰਬਰ ਆਫ ਕਾਰਬਨ ਐਟਮਸ ਤੇ। ਜਿੰਨਾ ਜ਼ਿਆਦਾ ਨੰਬਰ ਆਫ ਕਾਰਬਨ ਐਟਮਸ ਆਪਣੇ ਵਧੀ ਜਾਣਗੇ ਉਹਨਾਂ ਜ਼ਿਆਦਾ ਉਸ ਮੋਲੀਕਿਊਲ ਦਾ ਸਾਈਜ਼ ਵਧੀ ਜਾਊਗਾ, ਮਤਲਬ ਸਰਫੇਸ ਏਰੀਆ ਵਧੀ ਜਾਊਗਾ, ਠੀਕ ਹੈ। ਸਰਫੇਸ ਏਰੀਆ ਵਧਣ ਦੇ ਨਾਲ ਆਪਾਂ ਨੂੰ ਜ਼ਿਆਦਾ ਟੈਂਪਰੇਚਰ ਦੇਣਾ ਪੈਣਾ, ਉਸ ਦਾ ਬੋਇਲਿੰਗ ਪੁਆਇੰਟ ਉਹਨਾਂ ਜ਼ਿਆਦਾ ਇਨਕਰੀਜ਼ ਹੋਈ ਜਾਊਗਾ, ਕਿਉਂਕਿ ਨੰਬਰ ਆਫ ਪਾਰਟੀਕਲਸ ਇਨਕਰੀਜ਼ ਹੋ ਰਹੇ ਨੇ ਉੱਥੇ, ਠੀਕ ਹੈ, ਤੇ ਉਹਨਾਂ ਦੇ ਵਿੱਚ ਉਨੀ ਜ਼ਿਆਦਾ ਬੌਂਡਿੰਗ ਹੋਊਗੀ। ਤੇ ਮਤਲਬ ਜਿੰਨਾ ਜ਼ਿਆਦਾ ਕਾਰਬਨ ਐਟਮਸ ਦਾ ਨੰਬਰ ਹੋਊਗਾ ਉਹਨਾਂ ਜ਼ਿਆਦਾ ਸਰਫੇਸ ਏਰੀਆ ਇਨਕਰੀਜ਼ ਹੋਊਗਾ, ਤੇ ਉਹਦੇ ਨਾਲ ਕੀ ਹੋਊਗਾ, ਬੋਇਲਿੰਗ ਪੁਆਇੰਟ ਵੀ ਇਨਕਰੀਜ਼ ਹੁੰਦਾ ਜਾਊਗਾ। ਇਨਡਾਇਰੈਕਟ ਵੇ ਦੇ ਨਾਲ ਕਹਿ ਸਕਦੇ ਹਾਂ ਵੀ ਜਿੰਨਾ ਜ਼ਿਆਦਾ ਕਿਸੇ ਦਾ ਵੀ ਮੋਲਰ ਮਾਸ ਹੋਊਗਾ ਅਲਕੋਹਲ ਦਾ, ਉਹਨਾਂ ਜ਼ਿਆਦਾ ਉਹਦਾ ਬੋਇਲਿੰਗ ਪੁਆਇੰਟ ਹੋਊਗਾ, ਠੀਕ ਹੈ। ਮੀਨਸ ਜਿਹੜਾ ਮੀਥੇਨੋਲ ਹੁੰਦਾ ਆਪਣਾ, ਮੀਥੇਨੋਲ ਉਹ ਜਲਦੀ ਹੀ ਕੀ ਕਰ ਜਾਂਦਾ, ਇਵੈਪੋਰੇਟ ਹੋ ਜਾਂਦਾ ਹੈ, ਠੀਕ ਹੈ। ਉਹਦਾ ਬੋਇਲਿੰਗ ਪੁਆਇੰਟ ਕੀ ਹੈ, ਬਹੁਤ ਜ਼ਿਆਦਾ ਘੱਟ ਹੈ, ਕਿਉਂਕਿ ਉਹਦੇ ਵਿੱਚ ਸਰਫੇਸ ਏਰੀਆ ਬਹੁਤ ਜ਼ਿਆਦਾ ਘੱਟ ਹੈ, ਠੀਕ ਹੈ। ਤੇ ਇਹ ਹੁੰਦੇ ਨੇ ਬੱਚੇ ਦੋ ਫਿਜ਼ੀਕਲ ਪ੍ਰੋਪਰਟੀਜ਼ ਸੀ ਬਸ ਇਹਦੀਆਂ, ਸੋਲਿਬਿਲਿਟੀ ਐਂਡ ਬੋਇਲਿੰਗ ਪੁਆਇੰਟ। ਤੇ ਉਸ ਤੋਂ ਬਾਅਦ ਆਪਾਂ ਕੱਲ ਤੋਂ ਕੰਟੀਨਿਊ ਕਰਾਂਗੇ ਅੱਗੇ, ਠੀਕ ਹੈ। Class time is getting over। ਹਾਂਜੀ, ਇਹ ਵੀ ਮੈਂ ਨੋਟਸ ਅੱਜ ਸੈਂਡ ਕਰ ਦੂੰਗੀ ਗਰੁੱਪ ਦੇ ਵਿੱਚ, ਠੀਕ ਹੈ, ਨੋਟਬੁੱਕਸ ਤੇ ਕਰ ਲਿਓ। ਅਰਸ਼ਨੂ, ਹਰਕੀਰਤ, ਬਾਕੀ ਅੱਜ ਕਿਸੇ ਨੇ ਕਲਾਸ ਨਹੀਂ ਲਗਾਈ ਹੈਗੀ, ਕੀ ਗੱਲ, ਕਲਾਸ ਲਗਾ ਲਿਆ ਕਰੋ ਬਈ, ਕਲਾਸਿਸ ਲਗਾ ਲਿਆ ਕਰੋ।